Before starting the syllabus of mathematics, I am going to introduce some letters which are used throughout the syllabus. So, what are these letters? We will start with the natural numbers. For natural numbers, we denote it by n, and they are the numbers starting from 1, 2, 3, 4, and so on. For example, if I have numbers 4 and 5, and if I am adding these numbers, then I will get 9, and 9 is among these numbers, among this set. But अगर मैं नंबर ले रही हूँ 4 and 5 एंड उन्होंने माइनस कर रही हाँ तो आंसर आएगा -1, ਜਾਂ फिर मैं नंबर ले रही हूँ 4 - 4 तो नंबर अपने को आंसर आता 0. So there was required some other numbers. Natural numbers are called, they are the god made numbers. The other numbers are called the human made, man made. सो अगर तो इन्होंने विचों कोई भी दो नंबर लेने ऐड करे तो सेम उनके विचों ही आता, लेकिन अगर तुम सबट्रैक्ट करते पे हो तो उनके विचों नहीं आता, जिमें 4 - 4. सो देयर वॉज रिक्वायरमेंट ऑफ सम अदर सिंबल्स. सो 0 इज़ डिस्कवर्ड. सो इफ वी ऐड 0 अमंग दिस सेट, देन द सेट इज़ कॉल्ड होल नंबर्स. 0, 1, 2, 3 and so on. These are the whole numbers. So next was the 4 - 5 problem. So 4 - 5 is 5 - 4 is 1, but what about 4 - 5? So it cannot be 1. So ਇੱਕ ਹੋਰ ਫਿਰ ਪ੍ਰੋਬਲਮ ਆਈ ਕਿ ਇਹਨਾਂ ਦੋਨਾਂ ਦੇ ਵਿੱਚ ਡਿਸਟਿੰਕਸ਼ਨ ਕੀ ਕੀਤੀ ਜਾਵੇ. ਸੋ ਡਿਸਟਿੰਕਸ਼ਨ ਕਰਨ ਦੇ ਲਈ ਉਹਨਾਂ ਨੇ ਅਲੱਗ ਤੋਂ ਨੰਬਰ ਇੰਟਰੋਡਿਊਸ ਕੀਤੇ, ਮਾਈਨਸ ਨੈਗੇਟਿਵ ਨੰਬਰਸ ਇੰਟਰੋਡਿਊਸ ਹੋਏ, -1 -2 -3 -4. ਸੋ ਇਹਨਾਂ ਸਾਰੇ ਸੈਟਸ ਨੂੰ ਬੋਲਿਆ ਗਿਆ ਸੈਟ ਆਫ ਇੰਟੀਜ਼ਰਸ. ਸੋ ਇਹਨੂੰ Z ਨਾਲ ਵੀ ਰਿਪਰੈਜ਼ੈਂਟ ਕੀਤਾ ਜਾਂਦਾ ਔਰ I ਨਾਲ ਵੀ ਰਿਪਰੈਜ਼ੈਂਟ ਕੀਤਾ ਜਾਂਦਾ ਵਾ, ਬੁੱਕ ਟੂ ਬੁੱਕ ਵੇਰੀ ਕਰਦਾ. So next one is the rational numbers. Rational numbers are numbers which can be written in the form of P and Q, where denominator can never be 0. Q ਦੀ ਵੈਲਿਊ ਨਹੀਂ 0 ਹੋ ਸਕਦੀ. ਅਗਰ Q ਨੀਚੇ 0 ਬਣ ਜਾਏਗਾ ਤਾਂ ਇਨਫਿਨਿਟੀ ਬਣ ਜਾਂਦਾ ਆਪਣੇ ਕੋਲ. ਸੋ P ਔਰ Q ਜਿਹੜੇ ਨੇ ਉਹ ਤੁਸੀਂ ਇੰਟੀਜ਼ਰਸ ਲੈ ਸਕਦੇ ਹੋ, ਮਤਲਬ ਜੋ ਹੁਣ ਤੱਕ ਆਪਾਂ ਨੰਬਰ ਪੜ੍ਹੇ ਆ, ਨੈਗੇਟਿਵਸ ਵੀ, ਪੋਜ਼ੀਟਿਵ ਵੀ, 0 ਵੀ, P ਔਰ Q ਤੁਸੀਂ ਇਹ ਲੈ ਸਕਦੇ ਹੋ, ਪਰ Q ਨੂੰ 0 ਨਹੀਂ ਲੈ ਸਕਦੇ, P ਨੂੰ 0 ਲੈ ਸਕਦੇ ਹੋ. ਸੋ ਰੈਸ਼ਨਲ ਨੰਬਰਸ ਇਜ਼ ਦ ਕਲੈਕਸ਼ਨ ਆਫ ਨੰਬਰਸ ਵਿਚ ਕੈਨ ਬੀ ਰਿਟਨ ਇਨ ਦ ਫਾਰਮ ਆਫ P by Q. ਵਿਦ ਦਿਸ ਕੰਡੀਸ਼ਨ Q ਕੈਨ ਨੈਵਰ ਬੀ 0, P ਔਰ Q ਆਰ ਇੰਟੀਜ਼ਰਸ. ਸੋ ਇਹਨਾਂ ਦੀ ਐਗਜ਼ਾਮਪਲਸ ਦੇਖ ਲੈਂਦੇ ਹਾਂ, ਕਿਉਂਕਿ ਇਹਨੂੰ ਤਾਂ ਨੰਬਰ ਲਾਈਨਸ 'ਤੇ ਪਲੋਟ ਕਰਦੇ ਨੇ. ਰੈਸ਼ਨਲ ਨੰਬਰਸ ਜਿਹੜੇ ਨੇ ਉਹ ਕਿੱਦਾਂ ਦੇ ਹੁੰਦੇ ਆ, 10/3, ਕਿਉਂਕਿ ਇਹਨੂੰ ਮੈਂ P by Q ਲਿਖ ਦਿੱਤਾ. 4.12 ਇਜ਼ ਅ ਰੈਸ਼ਨਲ ਨੰਬਰ. ਕਿਉਂ? ਕਿਉਂਕਿ 4.12 ਨੂੰ ਮੈਂ ਲਿਖ ਸਕਦੀ ਹਾਂ 412/100. 2 ਇਜ਼ ਅ ਰੈਸ਼ਨਲ ਨੰਬਰ, ਕਿਉਂਕਿ ਮੈਂ 2 ਨੂੰ ਲਿਖ ਸਕਦੀ ਹਾਂ 2/1. -4 ਇਜ਼ ਅ ਰੈਸ਼ਨਲ ਨੰਬਰ, -4/1. ਇਸੇ ਤਰ੍ਹਾਂ ਹੀ ਕੋਈ ਵੀ ਨੰਬਰ ਜਿਹੜਾ P by Q 'ਚ ਲਿਖਿਆ ਜਾ ਸਕਦਾ ਵਾ ਉਹਨੂੰ ਆਪਾਂ ਰੈਸ਼ਨਲ ਬੋਲਦੇ ਨੇ. ਈਵਨ 0 ਇਜ਼ ਅ ਰੈਸ਼ਨਲ ਨੰਬਰ, ਕਿਉਂਕਿ 0 ਨੂੰ ਮੈਂ 0/1 ਲਿਖ ਸਕਦੀ ਹਾਂ. ਸੋ ਇਹ ਸਾਰੇ ਨੰਬਰਸ ਜਿਹੜੇ ਨੇ ਉਹ ਰੈਸ਼ਨਲ ਨੰਬਰਸ ਨੇ. ਸੋ ਕਿਹੜੇ ਨੰਬਰਸ ਜਿਹੜੇ ਨੇ ਉਹ P by Q ਲਿਖੇ ਜਾ ਸਕਦੇ ਨੇ? ਨਾਓ ਕੁਐਸਚਨ ਇਜ਼ ਦਿਸ. ਸੋ ਅਗਰ ਮੈਨੂੰ ਕੋਈ ਨੰਬਰ ਦੇ ਦੇਣ 3.145, ਇਹਨੂੰ ਮੈਂ P by Q ਲਿਖ ਸਕਦੀ ਹਾਂ ਕਿ ਨਹੀਂ ਲਿਖ ਸਕਦੀ? ਸੋ P by Q ਉਹ ਨੰਬਰ ਲਿਖ ਸਕਦੇ ਹਾਂ ਜਾਂ ਤਾਂ ਉਹ ਟਰਮੀਨੇਟਿੰਗ ਹੋਣ ਜਾਂ ਫਿਰ ਰੈਕਰਿੰਗ ਡੈਸੀਮਲ ਨੰਬਰਸ ਕੰਟੇਨ ਕਰਦੇ ਹੋਣ. ਟਰਮੀਨੇਟਿੰਗ ਦਾ ਮਤਲਬ ਜਿਵੇਂ ਖਤਮ ਹੋ ਜਾਣ, ਜਿਹਨਾਂ ਦੇ ਡੈਸੀਮਲਸ ਹੋਣ ਹੀ ਨਾ ਜਾਂ ਖਤਮ ਹੋ ਜਾਣ, ਜਿਵੇਂ 3 ਆ. सो 3 नंबर जो है ये जो डेसिमल डिजिट है नहीं तो दिस इज़ अ टर्मीनेटिंग नंबर. दैन 10/4 बन गया 5/2, 2.5. ये की है ਇਹਦਾ ਡੈਸੀਮਲ ਖਤਮ ਹੋ ਗਿਆ. ਜੇ ਤੁਸੀਂ 10/4 ਨੂੰ ਡਿਵਾਈਡ ਕੀਤਾ ਤਾਂ ਤੁਹਾਡੇ ਕੋਲ ਰਿਮਾਈਂਡਰ ਕਿਤੇ ਨਾ ਕਿਤੇ ਜਾ ਕੇ 0 ਬਣ ਜਾਏਗਾ, ਚਾਹੇ ਉਹ ਪੁਆਇੰਟਸ ਦੇ ਵਿੱਚ ਜਾ ਕੇ ਬਣੇ. ਸੋ 3.145 ਇਹ ਖਤਮ ਹੋ ਗਿਆ, ਕਿਉਂਕਿ ਜੇ ਤੁਸੀਂ ਇਹਨੂੰ ਨੰਬਰ ਨੂੰ ਦੇਖੋਗੇ ਤਾਂ ਅੱਗੇ ਡਿਜਿਟ ਨਹੀਂ ਆ ਰਹੀ ਇਹਦੀ. ਜੇ ਤੁਸੀਂ ਇਹਨੂੰ ਮੈਂ P by Q ਇਸ ਫਾਰਮ 'ਚ ਲਿਖ ਸਕਦੀ ਹਾਂ, 3.314/1000. So this is also rational numbers. Then √25 की है परफेक्ट स्क्वायर है, परफेक्ट स्क्वायर रूट है, तो ये बन जाएगा मेरे को 5. सो 5 बन गया, इसका मतलब एक ही बन गया 5/1. सो P by Q लिख सकते हैं. सो दीज कैटेगरी, दीज एग्जाम्पल्स आर फॉर टर्मीनेटिंग रैशनल नंबर्स. इस तरह ही जो टर्मीनेट कर जान ਜਾਂ ਰੈਕਰ ਕਰ ਜਾਣ, ਰੈਕਰਿੰਗ ਮਤਲਬ ਰਿਪੀਟ ਕਰ ਜਾਣ, ਉਹਦੇ ਡੈਸੀਮਲ ਡਿਜਿਟਸ ਜਿਹੜੇ ਨੇ ਰਿਪੀਟ ਕਰ ਜਾਣ. ਜਿਵੇਂ ਕਿ 10/3 ਮੈਂ ਇੱਕ ਐਗਜ਼ਾਮਪਲ ਉੱਪਰ ਦਿੱਤੀ ਸੀ. 10/3 ਨੂੰ ਅਗਰ ਤੁਸੀਂ ਦੇਖੋਗੇ ਤਾਂ 3.333, ਇਹਦਾ ਕਦੇ ਵੀ ਡਿਨੋਮੀਨੇਟਰ 0 ਨਹੀਂ ਬਣੇਗਾ ਆਫਟਰ ਡੈਸੀਮਲ, ਲੇਕਿਨ ਇਹ 'ਚ ਜੋ 3333 ਇਹ ਰਿਪੀਟ ਕਰਦਾ ਪਿਆ, ਤਾਂ ਬਾਰ ਵਾਲੇ ਜੋ ਨੰਬਰਸ ਹੁੰਦੇ ਆ ਦੇ ਆਰ ਰੈਕਰਿੰਗ ਨੰਬਰ. ਤਾਂ 3.3 ਬਾਰ
इस तरह 2.141414 2.14 बार बन गया, ਜਾਂ ਫਿਰ ਆਪਣੇ ਕੋਲ 3.15 ਆਵੇ, ਉਸ ਤੋਂ ਬਾਅਦ ਫਿਰ 7676767676 ਤਾਂ 76 ਦੇ ਉੱਪਰ ਬਾਰ ਆ ਗਈ। ਸੋ ਇੱਦਾਂ ਦੇ ਨੰਬਰਸ ਜਿਹੜੇ ਨੇ ਇਹਨਾਂ ਦਾ ਡੈਸੀਮਲ ਜਦੋਂ ਇਹਨੂੰ ਡਿਵਾਈਡ ਕਰਦੇ ਪਏ ਆਪਾਂ ਨੰਬਰ, ਜਿਵੇਂ 10/3 ਨੂੰ ਮੈਂ ਡਿਵਾਈਡ ਕੀਤਾ ਤਾਂ ਮੇਰੇ ਕੋਲ ਡਿਨੋਮੀਨੇਟਰ ਕਦੇ ਵੀ 0 ਨਹੀਂ ਬਣਿਆ, ਰਿਮਾਈਂਡਰ ਕਦੇ ਵੀ 0 ਨਹੀਂ ਬਣਿਆ, ਲੇਕਿਨ ਇਹ ਨੰਬਰਸ ਜਿਹੜੇ ਨੇ ਉਹ ਰੈਕਰ ਕਰ ਰਹੇ ਨੇ, ਰਿਪੀਟ ਕਰ ਰਹੇ ਆਫਟਰ ਸਮ ਡੈਸੀਮਲ ਡਿਜਿਟਸ। ਸੋ ਇੱਦਾਂ ਦੇ ਦੋ ਕੈਟਾਗਰੀਜ਼ ਵਾਲੇ ਨੰਬਰਸ ਜਿਹੜੇ ਨੇ ਜਾਂ ਟਰਮੀਨੇਟਿੰਗ ਜਾਂ ਰੈਕਰਿੰਗ ਹੋਣ, ਉਹਨਾਂ ਨੂੰ ਮੈਂ P/Q ਲਿਖ ਸਕਦੀ ਹਾਂ। ਸੋ ਜਿਹੜੇ ਨੰਬਰ P/Q ਲਿਖੇ ਸਕਦੇ, ਮਤਲਬ ਜਾਂ ਇਸ ਕੈਟਾਗਰੀ ਦੇ ਹੋਣ ਜਾਂ ਇਸ ਕੈਟਾਗਰੀ ਦੇ ਹੋਣ, ਉਹਨਾਂ ਨੂੰ ਮੈਂ ਬੋਲ ਦਿੰਦੀ ਹਾਂ ਰੈਸ਼ਨਲ ਨੰਬਰਸ। Next is the irrational numbers. Irrational numbers are denoted by Q complement or Q dash. So numbers which cannot written in the form of P/Q, ਜਿਨ੍ਹਾਂ ਨੂੰ P/Q ਨਹੀਂ ਲਿਖ ਸਕਦੇ ਆਪਾਂ। P/Q ਕਿਹੜੇ ਨਹੀਂ ਲਿਖ ਸਕਦੇ? ਜਿਹੜੇ ਟਰਮੀਨੇਟ ਨਾ ਹੋਣ ਜਾਂ ਫਿਰ ਰੈਕਰ ਨਾ ਕਰਨ, ਨॉन ਟਰਮੀਨੇਟਿੰਗ ਐਂਡ ਨॉन टर्मिनेटिंग and non recurring। ਸੋ ਇਹਨਾਂ ਨੰਬਰਸ ਨੂੰ ਆਪਾਂ ਬੋਲ ਦਿੰਦੇ ਆ Q ਕੰਪਲੀਮੈਂਟ ਨਾਲ ਰਿਪਰੈਜ਼ੈਂਟ ਕਰਦੇ, ਦੇ ਆਰ ਇਰੈਸ਼ਨਲ ਨੰਬਰ। ਜਿਵੇਂ ਕਿ √5 ਆ, ਅਗਰ √5 ਨੂੰ ਤੁਸੀਂ ਅੰਡਰ ਰੂਟ ਤੁਹਾਨੂੰ ਸੋਲਵ ਕਰਨਾ ਆਉਂਦਾ, ਲੋਅਰ ਕਲਾਸਿਸ 'ਚ ਸਿੱਖਿਆ, ਸੋ ਤੁਸੀਂ ਇਹਨੂੰ ਅਗਰ ਸੋਲਵ ਕਰਦੇ ਹੋ ਸੋ ਇਹਦੇ ਵਿੱਚ ਕੋਈ ਵੀ ਨੰਬਰ ਜਿਹੜਾ ਉਹ ਦਿਸ ਨੰਬਰ ਵਿਲ ਨੋਟ ਰੈਕਰ ਔਰ ਡੈਸਿਮ, ਕਦੇ ਵੀ ਰਿਮਾਈਂਡਰ ਜੋ ਹੈ ਉਹ 0 ਨਹੀਂ ਬਣੇਗਾ। 1/√3 ਪਾਈ ਦੀ ਵੈਲਿਊ ਵੈਸੇ ਜਨਰਲੀ ਤੁਸੀਂ 22/7 ਬੋਲਦੇ ਹੋ, ਤਾਂ 22/7 ਅਗਰ ਤੁਸੀਂ ਸੋਚੋਗੇ ਤਾਂ P/Q ਲਿਖਿਆ ਗਿਆ, लेकिन 22/7 is not the exact value of pi, it is the estimated value। सो ये 22/7 ਦੀ ਐਗਜ਼ੈਕਟ ਵੈਲਿਊ ਨਹੀਂ ਹੈ, ਪਾਈ ਦੀ ਜੋ ਵੈਲਿਊ ਹੁੰਦੀ ਹੈ ਉਹ ਐਗਜ਼ੈਕਟ ਆਪਾਂ ਨੂੰ ਪੂਰੀ ਦੀ ਪੂਰੀ ਪਤਾ ਵੀ ਨਹੀਂ ਕਿੰਨੀ ਆ, ਸੋ ਆਪਾਂ ਕੁਝ ਡਿਜਿਟਸ ਤੱਕ ਜਾਣਦੇ ਹਾਂ ਉਹਦੀ ਵੈਲਿਊ। ਸੋ ਪਾਈ ਇਜ਼ ਅ ਇਰੈਸ਼ਨਲ ਨੰਬਰ। ਇੱਦਾਂ ਹੀ ਐਕਸਪੋਨੈਂਸ਼ੀਅਲ ਨੰਬਰ, ਦਿਸ ਇਜ਼ ਆਲਸੋ ਇਰੈਸ਼ਨਲ ਨੰਬਰਸ। ਸੋ ਨੈਕਸਟ ਵਨ ਇਜ਼ ਦ ਰੀਅਲ ਨੰਬਰ। ਰੀਅਲ ਨੰਬਰ ਇਜ਼ ਦ ਕਲੈਕਸ਼ਨ ਆਫ ਰੈਸ਼ਨਲ ਐਜ਼ ਵੈਲ ਐਜ਼ ਇਰੈਸ਼ਨਲ। ਸੋ ਜਿੰਨੇ ਹਜੇ ਤੱਕ ਨੰਬਰ ਪੜ੍ਹੇ ਆ ਉਹਨਾਂ ਸਾਰਿਆਂ ਦੀ ਕਲੈਕਸ਼ਨ, दैट इज़ अ ਰੀਅਲ ਨੰਬਰ। ਇਹ ਸਿੰਬਲ ਮੈਂ ਇੱਕ ਯੂਜ਼ ਕੀਤਾ ਯੂਨੀਅਨ ਦਾ। ਯੂਨੀਅਨ ਆਪਾਂ ਜਦੋਂ ਸੈਟਸ ਪੜ੍ਹਾਂਗੇ ਉਹਦੇ ਵਿੱਚ ਡਿਟੇਲ ਦੇ ਵਿੱਚ ਕਰੋਗੇ ਤੁਸੀਂ। ਸੋ ਸਿੰਪਲ ਜੀ ਗੱਲ ਕਿ ਰੈਸ਼ਨਲ ਅਤੇ ਇਰੈਸ਼ਨਲ ਨੂੰ ਇਕੱਠੇ ਕਰ ਦਿਓ। if we combine rational and irrational and put it into a one bracket, then they form the real numbers। so real number ਤੁਸੀਂ real line ਪੜ੍ਹੀ ਹੋਈ ਆ, ਰੀਅਲ ਲਾਈਨ ਇਸ ਤਰ੍ਹਾਂ ਪਲਾਟ ਕਰਦੇ ਹੁੰਦੇ ਹੋ, ਇਹਦੇ ਉੱਪਰ ਜਿੰਨੇ ਵੀ ਨੰਬਰ ਆਉਂਦੇ ਆ ਜਨਰਲੀ ਤੁਸੀਂ ਲਿਖਦੇ 0 1 2 3 ਹੋ, ਲੇਕਿਨ ਜਿਹੜੇ ਵਿੱਚ ਵਾਲੇ ਵੀ ਨੰਬਰ ਸਾਰੇ ਆ ਰਹੇ ਆ, ਇਹਨੂੰ ਰੀਅਲ ਲਾਈਨ ਇਸੇ ਕਰਕੇ ਬੋਲਦੇ ਕਿ ਇਹ ਸਾਰੇ ਨੰਬਰਸ ਜਿਹੜੇ ਨੇ ਦੇ ਆਰ ਰੀਅਲ ਨੰਬਰਸ। ਸੋ ਇੱਦਾਂ ਦੀ ਜਿਹੜੀ ਕਲੈਕਸ਼ਨ ਕੀਤੀ ਹੈ ਇੱਕ ਦੂਜੇ ਨੂੰ ਕੰਟੇਨ ਕਰਦੀ ਹੈ। ਨੈਚੁਰਲ ਨੰਬਰ ਇਜ਼ ਅ ਸਬਸੈਟ ਆਫ, ਸਬਸੈਟ ਸਿੰਬਲ ਵੀ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ ਸੈਟਸ ਦੇ ਵਿੱਚ ਹੀ, ਲੇਕਿਨ ਇੱਕ ਵਾਰ ਜਨਰਲੀ ਦੱਸ ਦਿੰਦੇ ਕਿ ਸਾਰੇ ਦੇ ਸਾਰੇ ਨੈਚੁਰਲ ਨੰਬਰ ਜਿਹੜੇ ਨੇ ਹੋਲ ਨੰਬਰ ਕੋਲ ਹੈਗੇ ਆ। ਹੋਲ ਨੰਬਰਸ ਦੇ ਵਿੱਚ 0 ਇੱਕ ਐਕਸਟਰਾ ਨੰਬਰ ਆ। ਇਸੇ ਤਰ੍ਹਾਂ ਜਿਹੜਾ ਹੋਲ ਨੰਬਰ ਹੈ ਉਹ ਇੰਟੀਜ਼ਰਸ ਨੂੰ ਕੰਟੇਨ ਕਰਦਾ ਪਿਆ, ਮਤਲਬ ਕਿ ਸਾਰੇ ਹੋਲ ਨੰਬਰ ਇੰਟੀਜ਼ਰਸ ਕੋਲ ਹੈਗੇ ਆ। ਉਲਟਾ ਨਹੀਂ ਹੋ ਪੱਕਾ ਹੈਗਾ, ਲੇਕਿਨ ਸਾਰੇ ਇੰਟੀਜ਼ਰਸ ਜੋ ਹੈ ਦੈਟ ਆਰ ਕੰਟੇਨਡ ਇਨ ਰੈਸ਼ਨਲ ਨੰਬਰਸ। ਸੋ ਰੈਸ਼ਨਲ ਨੰਬਰਸ ਆਰ ਕੰਟੇਨਡ ਇਨ ਰੀਅਲ ਨੰਬਰਸ। ਸਾਰੇ ਰੀਅਲ ਨੰਬਰਸ ਕਿਉਂਕਿ ਤੁਸੀਂ ਕਹਿਣਾ ਤਾਂ ਉਹਨਾਂ ਨੂੰ ਕੰਬਾਈਨ ਕਰਕੇ ਆ ਰਹੇ ਆ, ਸੋ ਆਟੋਮੈਟਿਕਲੀ Q ਵਿਲ ਕੰਟੇਨ all rational numbers। and next is the complex numbers। complex numbers ਜੋ ਹੈ ਉਹ ਜਦੋਂ ਇੱਕ ਚੈਪਟਰ ਆਪਣੇ ਕੋਲ ਪੂਰਾ, ਸੋ ਡਿਟੇਲ ਦੇ ਵਿੱਚ ਆਪਾਂ ਉਹ ਚੈਪਟਰ ਕੰਪਲੀਟ ਜਦੋਂ ਕਰਾਂਗੇ ਉਹਦੇ 'ਚ ਜ਼ਿਆਦਾ ਕਲੀਅਰ ਹੋ ਜਾਏਗਾ। ਜਿਹੜੇ ਨੰਬਰ ਇਸ ਫਾਰਮ 'ਚ ਲਿਖੇ ਜਾ ਸਕਦੇ A plus iota B, where A and B are real numbers। iota is the term which we will introduce in chapter when we in complex number chapter। so these are the letters which are used in mathematics। so natural number, whole number, integers, rational, एक है irrational। irrational is also contained in R, लेकिन इस सीरीज़ के अंदर नहीं आता क्योंकि irrational जो है वो rational ना कोई लिंक नहीं बन रहा। rational and complex number। so this is all about number system। so number system ਕਲੀਅਰ ਹੋਣਾ ਜ਼ਰੂਰੀ ਹੈ ਜਦੋਂ ਵੀ ਤੁਹਾਨੂੰ, ਕਿਉਂਕਿ ਟਰਮਸ ਦੇ ਵਿੱਚ ਹਮੇਸ਼ਾ ਯੂਜ਼ ਕੀਤਾ ਹੋਏਗਾ ਕਿ C R, ਤਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਇਹ ਨੰਬਰਸ ਜਿਹੜੇ ਨੇ ਉਹ ਜ਼ਿਆਦਾਤਰ ਕਿਸ ਤਰ੍ਹਾਂ ਯੂਜ਼ ਕਰਦੇ। ਜੇ ਤੁਸੀਂ ਬੁੱਕਸ ਦੇਖੋਗੇ ਤਾਂ R ਦੀ ਜੋ ਹੈ ਉਹਦੀ ਇੱਕ ਲਾਈਨ ਇਸ ਤਰ੍ਹਾਂ ਥੋੜ੍ਹੀ ਡਾਰਕ ਕੀਤੀ ਹੁੰਦੀ ਹੈ। ਨੈਚੁਰਲ ਨੰਬਰਸ ਦੀ ਇਹ ਵਾਲੀ ਲਾਈਨ ਜਿਹੜੀ ਹੈ ਡਾਰਕ ਕੀਤੀ ਹੁੰਦੀ। ਜਦੋਂ ਆਪਾਂ ਲਿਖਦੇ ਹਾਂ ਆਪਾਂ ਡਾਰਕ ਨਹੀਂ ਕਰਦੇ, ਆਪਾਂ ਡਬਲ ਲਾਈਨ ਲਗਾ ਦਿੰਦੇ ਨੈਚੁਰਲ ਨੰਬਰਸ। ਰੀਅਲ ਦੇ ਲਈ ਆਪਾਂ ਇਸ ਤਰ੍ਹਾਂ ਲਾਈਨ ਲਗਾ ਦਿੰਦੇ।
क्यू ਦੀ ਵੀ ਇੱਕ ਇੱਧਰਲਾ ਏਰੀਆ ਜੋ ਹੈ ਡਾਰਕ ਕੀਤਾ ਜਾਂਦਾ ਵਾ ਮੋਸਟ ਆਫ ਦਾ ਬੁੱਕਸ ਦੇ, ਲੇਕਿਨ ਆਪਾਂ ਇੱਦਾਂ ਲਾਈਨ ਲਗਾ ਦਿੰਦੇ ਹਾਂ। ਇਹਦਾ ਮਤਲਬ ਇਹ ਜਿਹੜੇ ਨੰਬਰਸ ਨੇ, ਇਹ ਜਿਹੜੇ ਲੈਟਰਸ ਨੇ, ਇਹ ਫਿਕਸ ਕੀਤੇ ਹੋਏ ਆ ਕੁਛ ਨੋਟੇਸ਼ਨਸ ਦੇ ਲਈ।